past to the statement है. In many countries, sports and exercises classes are replaced with academic subjects. Discuss the effects of this trend and what can be done about this. ठीक है, ਇਹਦੇ ਵਿੱਚ given ਹੈ ਕਿ ਕਾਫੀ ਕੰਟਰੀਜ਼ ਵਿੱਚ ਸਪੋਰਟਸ ਐਕਸਰਸਾਈਜ਼ ਦੀਆਂ ਜਿਹੜੀਆਂ ਕਲਾਸਿਸ ਹੁੰਦੀਆਂ ਵਾ ਉਹਨਾਂ ਨੂੰ ਅਕੈਡਮਿਕ ਸਬਜੈਕਟਸ ਦੇ ਨਾਲ ਰਿਪਲੇਸ ਕਰ ਦਿੱਤਾ ਗਿਆ ਹੈ। ਯਾਨੀ ਕਿ ਜਿਹੜਾ ਗੇਮਸ ਦਾ ਪੀਰੀਅਡ ਲੱਗਦਾ ਸੀ, ਸਾਡੇ ਸਪੋਰਟਸ ਵਾਲੇ ਪੀਰੀਅਡ ਲੱਗਦੇ ਸੀਗੇ, ਉਹ ਵੀ ਜਿਹੜੇ ਆ ਅਕੈਡਮਿਕ ਸਬਜੈਕਟਸ ਸਾਇੰਸ, ਹਿਸਟਰੀ, ਮੈਥਸ ਇਹਨਾਂ ਕਲਾਸਿਸ ਨੂੰ ਜਿਹੜੇ ਦੇ ਦਿੱਤੇ ਗਏ। ਇਸ ਇਫੈਕਟ ਦਾ ਕੀ ਟ੍ਰੈਂਡ ਹੋ ਰਿਹਾ, ਕੀ ਇਫੈਕਟ ਪੈ ਰਿਹਾ ਸਟੂਡੈਂਟ ਦਾ, ਐਂਡ ਇਹਦੇ ਬਾਰੇ ਕੀ ਕੀਤਾ ਜਾ ਸਕਦਾ। ਹੁਣ ਇਹਦੇ ਵਿੱਚ ਦੇਖੋ ਸਟੇਟਮੈਂਟ ਕਿਹਾ ਨਾ, ਸਿੰਪਲੀ ਉਹਦਾ ਇਫੈਕਟ ਪੁੱਛਿਆ ਵਾ ਤੇ ਉਹਦੇ ਬਾਰੇ ਕੀ ਕੀਤਾ ਜਾ ਸਕਦਾ, ਯਾਨੀ ਕਿ ਇਹਨੂੰ ਐਜ਼ ਅ ਪ੍ਰੋਬਲਮ ਨਹੀਂ ਕੰਸੀਡਰ ਕਰਦੇ ਪਏ। ਇਹਦੇ ਆਪਾਂ ਦੋਵੇਂ ਤਰੀਕੇ ਦੇ ਨਾਲ ਲਿਖ ਸਕਦੇ ਹਾਂ। ਪੋਜ਼ਿਟਿਵ ਇਫੈਕਟ ਲਿਖ ਕੇ ਉਹਦਾ ਵੀ ਦੱਸ ਸਕਦੇ ਵੀ ਇਹਦੇ ਬਾਰੇ ਹੋਰ ਕੀ ਕੀਤਾ ਜਾ ਸਕਦਾ, ਨੈਗੇਟਿਵ ਲਿਖ ਕੇ ਉਹਦਾ ਵੀ ਸੋਲੂਸ਼ਨ ਲਿਖ ਸਕਦੇ ਹਾਂ ਵੀ ਇਹਦੇ ਬਾਰੇ ਹੋਰ ਕੀ ਕੀਤਾ ਜਾ ਸਕਦਾ। ਇੱਥੋਂ ਤੱਕ ਪਤਾ ਲੱਗਾ ਸਾਰਿਆਂ ਨੂੰ? ਸਟੇਟਮੈਂਟ ਦੋ ਪੋਜ਼ਿਟਿਵ ਇਫੈਕਟ ਲਿਖ ਕੇ, ਜਿਵੇਂ ਕਿ ਬੱਚੇ ਦੀ ਪੜ੍ਹਾਈ ਵਧੀਆ ਹੋ ਗਈ, ਸਕੋਰ ਜ਼ਿਆਦਾ ਵਧੀਆ ਹੁੰਦਾ ਪਿਆ, ਠੀਕ ਹੈ, ਤੇ ਇਹਦੇ ਬਾਰੇ ਹੋਰ ਕੀ ਕੀਤਾ ਜਾ ਸਕਦਾ, ਹੋਰ ਇਹ ਕੀਤਾ ਜਾ ਸਕਦਾ ਵੀ ਉਹਨਾਂ ਦੀਆਂ ਕਲਾਸਾਂ ਜਿਹੜੀਆਂ ਵੀ ਜਿਹੜੇ ਥੋੜੀ ਬਹੁਤੀ ਬ੍ਰੇਕ ਮਿਲਦੀ ਆ ਉਹ ਬੰਦ ਕਰ ਦਿੱਤੀ ਜਾਵੇ। ਇਹ ਚੀਜ਼ਾਂ ਲਿਖ ਸਕਦੇ ਹਾਂ। ਜਿਹੜੀ ਫੀਸ ਵਿੱਚ ਫਲੈਕਸੀਬਲ ਕਰ ਦਿੱਤੀ ਆ, ਉਸ ਫੀਲਡ ਦੇ ਵਿੱਚ ਉਹਨਾਂ ਨੂੰ ਹੋਰ ਜਿਹੜੀ ਐਜੂਕੇਸ਼ਨ ਪ੍ਰੋਵਾਈਡ ਕਰਨੀ ਚਾਹੀਦੀ, ਇਹ ਲਿਖ ਸਕਦੇ ਆਪਾਂ। ਪਰ ਜਦੋਂ ਆਪਾਂ ਨੈਗੇਟਿਵ ਚੀਜ਼ ਹੋ ਰਿਹਾ ਸੋਲੂਸ਼ਨ ਵਾਲਾ ਸੀ, ਉਹਦਾ ਨੈਗੇਟਿਵ ਇਫੈਕਟ ਕੀ ਪੈ ਰਿਹਾ ਤੇ ਉਹਦਾ ਸੋਲੂਸ਼ਨ ਕੀ ਹੋਊਗਾ। ਆਪਾਂ ਨੈਗੇਟਿਵ ਵੱਲ ਚੱਲਦੇ ਹਾਂ। ਫਿਰ ਇਫੈਕਟ ਕੀ ਹੋਣਗੇ ਇਹਦੇ, ਕੀ ਇਫੈਕਟ ਪੈ ਰਿਹਾ ਵੀ ਇਹਨਾਂ ਨੂੰ ਐਕਸਰਸਾਈਜ਼ ਜਾਂ ਸਪੋਰਟਸ ਦਾ ਟਾਈਮ ਬਿਲਕੁਲ ਨਹੀਂ ਮਿਲਦਾ ਪਿਆ। ਇਫੈਕਟਸ ਬੋਲੋ ਕੋਈ, ਇਫੈਕਟਸ ਕੀ ਹੋਣਗੇ ਇਹਦੇ? ਉਹਨਾਂ ਦੀ ਲਾਈਫ ਤੇ ਡਿਪੈਂਡ ਹੋ ਮਤਲਬ ਹੋਏਗਾ ਕਿ ਅਕੈਡਮਿਕ ਸਬਜੈਕਟ ਰਿਪਲੇਸਡ ਹੋ ਜਾਣਗੇ, ਫਿਰ ਉਹਨਾਂ ਦਾ ਸਾਰਾ ਜਿਹੜਾ ਧਿਆਨ ਵਾ ਸਪੋਰਟਸ ਤੇ ਐਕਸਰਸਾਈਜ਼ ਵੱਲ ਹੀ ਹੋ ਜਾਏਗਾ, ਕਿਉਂਕਿ ਅਕੈਡਮਿਕ ਸਬਜੈਕਟ ਹੋਣਗੇ ਤਾਂ ਹੀ ਤੋਂ ਆਪਣੇ ਗੋਲ ਨੂੰ ਅਚੀਵ ਕਰ ਪਾਉਣਗੇ। ਤੁਸੀਂ ਸਟੇਟਮੈਂਟ ਦੀ ਸਮਝਦੇ, ਸਟੇਟਮੈਂਟ ਤੁਸੀਂ ਉਲਟੀ ਸਮਝਦੇ ਪਏ। ਹਾਂਜੀ, ਅਕੈਡਮਿਕ ਸਬਜੈਕਟ ਜਿਹੜੇ ਆ ਉਹ ਨਹੀਂ ਰਿਪਲੇਸ ਹੋ ਰਹੇ, ਸਪੋਰਟਸ ਐਕਸਰਸਾਈਜ਼ ਦੀਆਂ ਕਲਾਸਾਂ ਅਕੈਡਮਿਕ ਸਬਜੈਕਟਸ ਨਾਲ ਰਿਪਲੇਸ ਹੋ ਰਹੀਆਂ। ਓਕੇ ਠੀਕ ਹੈ, ਉਲਟੀ ਆਰ ਰਿਪਲੇਸਡ। ਦੁਬਾਰਾ ਬੋਲੇ ਸਟੇਟਮੈਂਟ ਕੀ? ਵੀ ਜਿਹੜੀ ਸਪੋਰਟਸ ਦੀ ਕਲਾਸ ਹੈ, ਜਿਹੜੀ ਸਪੋਜ਼ ਇੱਕ ਸਪੋਰਟਸ ਦਾ ਪੀਰੀਅਡ ਹੁੰਦਾ ਨਾ, ਬ੍ਰੇਕ ਤੋਂ ਬਾਅਦ ਸਪੋਰਟਸ ਦਾ ਪੀਰੀਅਡ ਹੈ, ਉਸ ਪੀਰੀਅਡ ਨੂੰ ਰਿਪਲੇਸ ਕਰ ਦਿੱਤਾ ਕਿਸੇ ਅਕੈਡਮਿਕ ਸਬਜੈਕਟ ਦੀ ਕਲਾਸ ਦੇ ਨਾਲ, ਯਾਨੀ ਕਿ ਉੱਥੇ ਹਿਸਟਰੀ ਦੀ ਕਲਾਸ ਅਟੈਂਡ ਕਰਾ ਲਈ। ਯਾਨੀ ਕਿ ਉਹਨਾਂ ਨੂੰ ਖੇਡਣ ਦਾ, ਐਕਸਰਸਾਈਜ਼ ਕਰਨ ਦਾ ਟਾਈਮ ਨਹੀਂ ਮਿਲਦਾ। ਸਮਝ ਲੱਗ ਗਈ ਹੁਣ? ਹਾਂਜੀ ਲੱਗ ਗਈ ਸਮਝ। ਹਾਂ, ਹੁਣ ਬੋਲੋ, ਫਿਰ ਕੋਈ ਬੋਲ ਸਕਦੇ।
ਉਹਦੇ ਉਹਨਾਂ ਦੇ ਜਿਹੜਾ ਪੀਰੀਅਡ ਜਿਹੜੀ ਆ ਉਹ ਜਾਂ ਤੇ ਨਹੀਂ ਹਿਸਟਰੀ ਸਬਜੈਕਟ ਨਾਲ ਨਹੀਂ, ਕੋਈ ਵੀ ਸਬਜੈਕਟ ਨਾਲ ਨਹੀਂ ਮਤਲਬ ਰਿਪਲੇਸ ਕਰਨੀ ਚਾਹੀਦੀ। performance degrade ਹੋ ਹਾਂਜੀ so the performance will become degraded ਪਰਫਾਰਮੈਂਸ ਕਾਦੇ ਵਿੱਚ ਸਪੋਰਟਸ ਚ ਕੀ ਕਰਨਾ no sir sports I sports ਸਪੋਰਟਸ ਦੇ ਵਿੱਚ ਓਕੇ and sir also with in academics or ਹੈਲੋ ਸਰ ਹਾਂਜੀ ਸਰ ਕਈ ਬੱਚਿਆਂ ਦੀ ਰੁਚੀ ਜਿਹੜਾ ਸਪੋਰਟਸ ਦੇ ਵਿੱਚ ਹੁੰਦੀ ਆ ਤੇ ਜੇ ਉਹਨਾਂ ਨੂੰ ਸਪੋਰਟਸ ਦਾ ਜਿਹੜਾ ਪੀਰੀਅਡ ਉਹਨਾਂ ਦਾ ਕੈਂਸਲ ਕਰ ਦਿੱਤਾ ਜਾਵੇਗਾ ਤੇ ਉਹਨਾਂ ਨੂੰ ਮਤਲਬ ਕਿ ਇਹਨਾਂ ਦੀ ਮਤਲਬ ਉਹ ਧਿਆਨ ਨਾਲ ਪ੍ਰੋਪਰ ਆਪਣੇ ਕੰਸੈਂਟਰੇਸ਼ਨ ਨਹੀਂ ਕਰ ਪਾਉਣਗੇ ਆਪਣੇ ਸਬਜੈਕਟ ਤੇ ਜੇ ਉਹਨਾਂ ਨੂੰ ਹਾਂ ਓਕੇ ਕਿਉਂਕਿ ਸਰ ਵਿੱਚੋਂ ਬ੍ਰੇਕ ਵੀ ਚਾਹੀਦੀ ਹੈ ਜ਼ਰੂਰੀ ਹੁੰਦੀ ਹੈ ਤੇ ਜੇ ਨਹੀਂ ਮਿਲੂਗੀ ਤੇ ਸਰ ਉਹ ਬੋਰ ਹੋ ਜਾਣਗੇ ਥੱਕ ਜਾਣਗੇ ਸਰ ਉਹ ਤੇ ਕਨਸੈਂਟਰੇਸ਼ਨ ਘਟ ਜਾਏਗੀ ਸਰ ਉਹਨਾਂ ਦੀ ਹਾਂ ਕੰਸੈਂਟਰੇਸ਼ਨ ਘਟੇਗੀ ਠੀਕ ਹੈ ਸਟੱਡੀ ਵਿੱਚ ਬੋਲ ਹੋਣ ਠੀਕ ਹੈ ਬੋਲੋ ਬੋਲੋ ਕੀ ਬੋਲਣ ਲੱਗੇ ਇਹੋ ਪੁਆਇੰਟਸ ਲਿਖਦੇ ਪਏ ਆ ਰਹੇ ਨੇ ਯੈਸ ਸਰ ਨਹੀਂ ਬਾਹਰ ਅੱਛਾ ਕਰ ਦੋ ਹੁਣ ਇਹ ਪੁਆਇੰਟਸ ਠੀਕ ਹੈ ਤੁਹਾਡੇ, ਜੇ ਇਹਨੂੰ ਸੀਕੁਐਂਸ ਵਾਈਜ਼ ਅਰੇਂਜ ਕਰਨਾ ਹੋਵੇ ਆਪਾਂ ਦੇਖ ਸਕਦੇ ਹਾਂ ਵੀ ਉਹਨਾਂ ਦੀ ਪੂਰੀ ਲਾਈਫ ਸਟਾਈਲ ਹੀ ਖਰਾਬ ਹੋ ਸਕਦਾ ਉਹ ਵੀ ਉਹ ਕਿਸ ਤਰੀਕੇ ਨਾਲ ਸਭ ਤੋਂ ਪਹਿਲਾਂ ਉਹਨਾਂ ਨੂੰ ਐਕਸਰਸਾਈਜ਼ ਦਾ ਟਾਈਮ ਨਹੀਂ ਮਿਲੂਗਾ ਐਕਸਰਸਾਈਜ਼ ਦਾ ਟਾਈਮ ਨਹੀਂ ਮਿਲੂਗਾ ਤੇ ਉਹਨਾਂ ਦੀ ਹੈਲਥ ਦੇ ਉੱਪਰ ਹੈਲਥ ਇਸ਼ੂਜ਼ ਅਰਾਈਜ਼ ਹੋ ਸਕਦੇ ਆ ਜਿਵੇਂ ਕਿ ਓਬੈਸਿਟੀ ਉਸ ਤੋਂ ਬਾਅਦ ਜਿਹੜੀ ਇਸ ਚੀਜ਼ ਦੇ ਨਾਲ ਓਬੈਸਿਟੀ ਹੋਣ ਦੇ ਨਾਲ ਪਰਫਾਰਮੈਂਸ ਇਫੈਕਟਨ ਹੋ ਜਾਊਗੀ ਠੀਕ ਹੈ ਦੋਵਾਂ ਦੇ ਵਿੱਚ ਪਰਫਾਰਮੈਂਸ ਰਿਡਿਊਸ ਹੋ ਜਾਊਗੀ ਉਸ ਤੋਂ ਬਾਅਦ ਪਰਫਾਰਮੈਂਸ ਰਿਡਿਊਸ ਹੋਣ ਤੋਂ ਬਾਅਦ ਵੀ ਕੁਝ ਉਹ ਆਪਣੇ ਆਪ ਨੂੰ ਆਈਸੋਲੇਸ਼ਨ ਦੇ ਵਿੱਚ ਪਾਉਣਗੇ ਆਈਸੋਲੇਸ਼ਨ ਮਤਲਬ ਇਕੱਲੇ ਰਹਿਣਗੇ ਕਿਉਂਕਿ ਓਵਰਬਰਡਨ ਜ਼ਿਆਦਾ ਹੋ ਜਾਊਗਾ ਸਟੱਡੀ ਕਰਨ ਦੇ ਠੀਕ ਹੈ ਸਟੱਡੀ ਦਾ ਜ਼ਿਆਦਾ ਬਰਡਨ ਹੋਊਗਾ ਤੇ ਇਕੱਲੇ ਬੈਠ ਕੇ ਜ਼ਿਆਦਾ ਪੜ੍ਹਨ ਦੇ ਉੱਤੇ ਫੋਕਸ ਕਰਨਗੇ ਕੁਝ ਸਟੂਡੈਂਟਸ ਇਦਾਂ ਦੇ ਵੀ ਹੁੰਦੇ ਆ ਜਿਹੜੇ ਕਿ ਜ਼ਿਆਦਾ ਸਪੋਰਟਸ ਦੇ ਵਿੱਚ ਇੰਟਰਸਟਿਡ ਆ ਰਾਦਰ ਦੈਨ ਸਟੱਡੀ ਕਰਨਾ ਇਹ ਤੇ ਸਾਰੇ ਇਫੈਕਟਸ ਆ ਜਾਣਗੇ ਇਹਨਾਂ ਨੂੰ ਇੱਕ ਆਪਾਂ ਸੀਕੁਐਂਸ 'ਚ ਅਰੇਂਜ ਕਰ ਲਓ ਸਭ ਤੋਂ ਪਹਿਲਾਂ ਵੀ ਉਹਨਾਂ ਪੂਰਾ ਦਾ ਪੂਰਾ ਲਾਈਫ ਸਟਾਈਲ ਜਿਹੜਾ ਉਹਨਾਂ ਦਾ ਇਫੈਕਟ ਹੋਊਗਾ ਉਹਨਾਂ ਨੂੰ ਟਾਈਮ ਨਹੀਂ ਮਿਲੂਗਾ ਐਕਸਰਸਾਈਜ਼ ਕਰਨ ਦੇ ਲਈ ਜਿਹਦੇ ਕਰਕੇ ਹੈਲਥ ਇਸ਼ੂਜ਼ ਅਰਾਈਜ਼ ਹੋਣਗੇ ਜਿਵੇਂ ਕਿ ਉਹ ਮੋਟੇ ਹੋਏ ਜਾਣਗੇ ਜਾਂ ਫਿਰ ਅਦਰ ਆਈਸਾਈਟ ਵੀਕ ਹੋ ਜਾਊਗੀ ਉਹਨਾਂ ਦੀ ਜਿਹਦੇ ਕਰਕੇ ਉਹਨਾਂ ਦੀ ਪੜ੍ਹਾਈ ਦੇ ਵਿੱਚ ਕੰਸੈਂਟਰੇਸ਼ਨ ਨਹੀਂ ਬਣ ਪਾਊਗੀ ਰਿਡਿਊਸ ਹੋ ਜਾਊਗਾ ਫੋਕਸ ਤੇ
ਤੇ ਉਹ ਆਪਣੇ ਆਪ ਨੂੰ ਓਵਰਬਰਡਨ ਮਹਿਸੂਸ ਕਰਨਗੇ, ਜਿਹਦੇ ਨਾਲ ਉਹ ਇਕੱਲੇ ਰਹਿਣਗੇ। ਤੇ ਕੁਝ ਸਟੂਡੈਂਟਸ ਇਦਾਂ ਦੇ ਵੀ ਹੈਗੇ ਆ ਜਿਨ੍ਹਾਂ ਨੂੰ ਸਪੋਰਟਸ ਜ਼ਿਆਦਾ ਇੰਟਰਸਟਿੰਗ ਹੈ ਰਾਦਰ ਦੈਨ ਸਟੱਡੀ, ਠੀਕ ਹੈ। ਉਹਨਾਂ ਵਾਸਤੇ ਫਿਰ ਉਹਨਾਂ ਦੇ ਉੱਪਰ ਕੀ ਇਫੈਕਟ ਹੋਏਗਾ? ਉਹਨਾਂ ਦੇ ਉੱਪਰ ਕੀ ਇਫੈਕਟ ਹੋਏਗਾ? ਸਕੂਲ ਜਿਹੜੇ ਇੱਕ ਅਨਇੰਟਰਸਟਿਡ ਪਲੇਸ ਬਣ ਜੂਗੀ ਇਹਨਾਂ ਦੀ, ਹੋ ਸਕਦਾ ਸਕੂਲ ਆਉਣਾ ਹੀ ਬੰਦ ਕਰ ਦੇਣ, ਹੋ ਸਕਦਾ ਇਦਾਂ। ਯੈਸ ਸਰ। ਠੀਕ ਹੈ, ਇਹ ਸਾਡੇ ਹੋ ਗਏ ਸਾਰੇ ਪੁਆਇੰਟਸ ਹੋ ਗਏ ਹੁਣ। ਤੇ ਇਹ ਜਿਹੜੇ ਫਿਰ ਆਪਾਂ ਇੱਕ ਐਜ਼ ਅ ਸੀਕੁਐਂਸ ਇਹਨੂੰ ਅਰੇਂਜ ਕਰ ਲਿਆ। ਹੁਣ ਇਹਦਾ ਸੋਲੂਸ਼ਨ ਕੀ ਆਉਣਗੇ? ਸੋਲੂਸ਼ਨ ਸਾਰੇ ਇਹ ਹੋ ਸਕਦਾ ਕਿ ਨਵੇਂ ਪੀਰੀਅਡ ਜਿਹੜੇ ਅਕੈਡਮਿਕ ਪੀਰੀਅਡ ਦੇ ਲੱਗਣੇ, ਮਤਲਬ ਜਿਹੜੀ ਹੁੰਦੇ ਆ ਜਿੱਦਾਂ ਆਰਟ ਉਹਦੇ ਲੱਗਦੇ, ਆਰਟ ਦੇ ਲੱਗਦੇ ਆ, ਜਾਂ ਗੇਮ ਦੇ ਪੀਰੀਅਡ ਲੱਗਦੇ ਆ, ਜਾਂ ਕੁਝ ਹੋਰ ਹਨਾ। ਕਈਆਂ ਬੱਚਿਆਂ ਦਾ ਇੰਟਰਸਟ ਹੁੰਦਾ ਗੇਮ ਵਿੱਚ, ਕਈਆਂ ਦਾ ਆਰਟ ਹੁੰਦਾ, ਉਹ ਜਿਹੜੇ ਉਹਨਾਂ ਦੇ ਹਿਸਾਬ ਨਾਲ ਜਿਹੜੇ ਪੀਰੀਅਡ ਡਿਵਾਈਡ ਕਰ ਦੇਣੇ ਚਾਹੀਦੇ ਆ, ਜਿੱਦਾਂ ਕਲਾਸ ਜਿਹੜੀ ਆ। ਸਰ ਉਹਨਾਂ ਨੂੰ ਸਟੱਡੀ ਦੇ ਬ੍ਰੇਕ ਮਿਲਣੀ ਚਾਹੀਦੀ ਹੈ, ਜਿਹਦੇ ਨਾਲ ਉਹ ਮਤਲਬ ਬ੍ਰੇਕ ਮਿਲਣੀ ਚਾਹੀਦੀ ਹੈ। ਓਕੇ, ਰਿਲੈਕਸ ਹੋ ਜਾਣ ਜਾਂ ਆਪਣੇ ਆਪ ਨੂੰ ਜ਼ਿਆਦਾ ਬਰਡਨ ਦੇ ਵਿੱਚ ਮਹਿਸੂਸ ਨਾ ਕਰਨ। ਹਾਂਜੀ, ਔਰ ਇੱਥੇ ਆਪਾਂ ਸਰ ਨੂੰ ਬ੍ਰੇਕ ਟਾਈਮ ਟੇਬਲ ਪਰ ਲੰਚ ਨਹੀਂ ਨਾ, ਮਤਲਬ ਜਿੱਦਾਂ ਅਕੈਡਮਿਕ ਸਬਜੈਕਟ ਦੇ ਟਾਈਮ ਟੇਬਲ ਉਹੀ ਹਾਂਜੀ ਉਹੀ ਟਾਈਮ ਟੇਬਲ, ਕਿਉਂਕਿ ਲੰਚ ਬ੍ਰੇਕ ਜਿੱਦਾਂ ਹੁੰਦੀ ਉਹ ਤੇ ਉਹਨਾਂ ਵਾਸਤੇ ਰਿਲੈਕਸੇਸ਼ਨ ਵਾਸਤੇ ਤੇ ਹੁੰਦੀ ਆ, ਪਰ ਇੱਕ ਇੰਟਰਸਟ ਹੁੰਦਾ ਵਾ, ਇੱਕ ਸਪੈਸ਼ਲ ਇੱਕ ਹੁੰਦਾ ਜਿਹੜਾ ਗੇਮਸ ਦਾ ਪੀਰੀਅਡ ਹੁੰਦਾ ਹਨਾ, ਜਾਂ ਤੇ ਵਿੱਚ ਗੇਮਸ ਪੀਰੀਅਡ ਜਿਹੜਾ ਵਾ ਉਹ ਐਡਜਸਟ ਕਰਨ। ਨਹੀਂ ਤੇ ਜੇ ਨਹੀਂ ਉਹਨਾਂ ਕੋਈ ਸ਼ਡਿਊਲ ਇਦਾਂ ਦਾ ਹੁੰਦਾ, ਜਿੱਦਾਂ ਆਰਟ ਦਾ ਪੀਰੀਅਡ ਹੁੰਦਾ ਨਾ, ਆਰਟ ਦੇ ਪੀਰੀਅਡ ਵਿੱਚ ਵੀ ਉਹ ਬੱਚਿਆਂ ਨੂੰ ਡਿਵਾਈਡ ਕਰ ਸਕਦੇ ਆ, ਜਿੱਦਾਂ ਜਿਨ੍ਹਾਂ ਦਾ ਇੰਟਰਸਟ ਆਰਟ ਵਾਲਾ ਆਰਟ ਵਾਲਾ, ਜਿਹਨਾਂ ਦਾ ਇੰਟਰਸਟ ਗੇਮ ਵਾਲਾ ਉਹ ਗੇਮ ਦਾ ਪੀਰੀਅਡ ਲੱਗਦਾ, ਏਦਾਂ ਵੀ ਹੋ ਜਾਂਦਾ। ਠੀਕ ਹੈ, ਇਸ ਚ ਆਪਾਂ ਲਿਖ ਸਕਦੇ ਹਾਂ ਵੀ ਜਿਹੜਾ ਤੁਸੀਂ ਪੁਆਇੰਟ ਸਾਰੇ ਲਿਖਾ ਰਹੇ ਹੋ। ਹਾਂਜੀ ਹਾਂਜੀ। A balanced form of schedule, ਵੀ ਇੱਕ ਬੈਲੈਂਸਡ ਟਾਈਮ ਟੇਬਲ ਹੋਣਾ ਚਾਹੀਦਾ ਸਾਰਾ। ਸੈਪਰੇਟ ਇੱਕ ਉਹਨਾਂ ਦਾ ਗੇਮ ਦਾ ਸ਼ਡਿਊਲ ਹੀ ਬਣਾ ਦੇਣਾ ਚਾਹੀਦਾ, ਜਿਹਦੇ ਵਿੱਚ ਸੈਪਰੇਟ ਡੇਜ਼ ਹੋ ਸਕਣ, ਜਾਂ ਫਿਰ ਇੱਕ ਦਿਨ ਛੱਡ ਕੇ, ਠੀਕ ਹੈ, ਇਦਾਂ ਦੀ ਚੀਜ਼ਾਂ ਇਨਕਲੂਡ ਕਰਨੀਆਂ ਚਾਹੀਦੀਆਂ। ਜੇ ਉਹ ਆਈਡੈਂਟੀਫਾਈ ਦਾ ਸਟੂਡੈਂਟਸ ਬੇਸਡ ਅਪਨ देयर ਇੰਟਰਸਟ। ਹੁਣ ਇੰਟਰਸਟ ਕਿਹੜਾ, ਵੀ ਉਹਦਾ ਸਪੋਰਟਸ 'ਚ ਇੰਟਰਸਟ ਆ ਜਾਂ ਫਿਰ ਪੜ੍ਹਾਈ ਦੇ ਵਿੱਚ ਇੰਟਰਸਟ ਆ, ਠੀਕ ਹੈ। ਉਹਨੂੰ ਉਸ ਦੇ ਅਕੋਰਡਿੰਗ ਜਿਹੜਾ ਉਹਦਾ ਟਾਈਮ ਟੇਬਲ ਪ੍ਰੈਫਰ ਕਰ ਦਿੱਤਾ ਜਾਵੇ। ਜਿਹੜਾ ਨਹੀਂ ਖੇਡਣਾ ਚਾਹੁੰਦਾ ਉਹਨੂੰ ਸਪੋਰਟਸ ਵਿੱਚ ਇਨਕਲੂਡ ਨਾ ਕੀਤਾ ਜਾਵੇ। ਜਿਹੜਾ ਜ਼ਿਆਦਾ ਪੜ੍ਹਨਾ ਚਾਹੁੰਦਾ ਉਹਨੂੰ ਉਸ ਦੇ ਅਕੋਰਡਿੰਗ ਉਹਦਾ ਟਾਈਮ ਟੇਬਲ ਦੇ ਦਿੱਤਾ ਜਾਵੇ, ਵੀ ਉਹ ਆਪਣੀ ਪ੍ਰੈਫਰੈਂਸ ਜਿਹੜੀ ਉਹ ਉੱਥੇ ਦੇਖ ਸਕੇ। ਹੋਰ ਕੋਈ ਚੀਜ਼ ਇਹਦੇ ਵਿੱਚ? ਬਸ ਇਹੋ ਹੀ ਹੈ ਐਗਜ਼ਾਮਪਲ ਇਹਨਾਂ ਦੀ।
ਐਗਜ਼ਾਮਪਲ ਚ ਸਕੂਲ ਬਾਰੇ ਦਵਾਂਗੇ ਸਰ, ਸਕੂਲ ਦੀ ਕਿ ਮਤਲਬ ਇੰਨੇ ਕਿ ਸਕੂਲ ਸਰ ਜਿਹੜੇ ਆ ਐਗਜ਼ਾਮਪਲ ਉਹ ਇਹ ਵੀ ਆ ਸਕਦਾ ਕਿ ਸਕੂਲਾਂ ਦੇ ਵਿੱਚ ਵਧੀਆ ਵਧੀਆ ਸਪੋਰਟਸਮੈਨ ਜਿਹੜੇ ਨਿਕਲ ਨਵਰ ਕੇ ਤੇ ਆਪਣੇ ਮਤਲਬ ਨਵਰ ਬੋਲੋ ਹਾਂ ਤੇਜਿੰਦਰ ਬੋਲੋ, ਤੁਸੀਂ ਫਿਰ ਚੁੱਪ ਕਰ ਗਏ। ਹਾਂਜੀ ਸਰ, ਇਹ ਕਿ ਸਕੂਲਾਂ ਦੇ ਵਿੱਚ ਸਟੂਡੈਂਟ ਜਿਹੜੇ ਆ ਵਧੀਆ ਵਧੀਆ ਬਣਦੇ ਆ ਆਪਣੇ ਦੇਸ਼ ਲਈ ਕੁਝ। ਓਕੇ, ਤੁਸੀਂ ਕਹਿਣਾ ਚਾਹੁੰਦੇ ਵੀ ਜੇ ਸਪੋਰਟਸ ਦੇ ਵਿੱਚੋਂ ਨਿਕਲ ਕੇ? ਹਾਂਜੀ ਸਰ, ਸਪੋਰਟਸ ਦੇ ਵਿੱਚੋਂ ਨਿਕਲ ਕੇ ਉਹਨਾਂ ਨੇ ਗੇਮ ਸਿਲੈਕਟ ਕਰਦੇ ਆ ਤੇ ਉਹ ਗੇਮ ਦੇ ਵਿੱਚ ਆਪਣੀ ਮਤਲਬ ਕਿ ਲਾਈਫ ਦੇ ਵਿੱਚ ਉਹ ਗੇਮ ਰੱਖ ਕੇ ਤੇ ਸਰ ਉਹਨਾਂ ਦੀ ਪਰਫਾਰਮੈਂਸ ਪਾਲਿਸ਼ ਹੋ ਜਾਂਦੀ ਸਰ ਇਹਦੇ ਨਾਲ। ਜਿਹੜੀ ਐਗਜ਼ਾਮਪਲ ਮੈਂ ਲਿਖੀ ਹੋਈ ਹੈ, ਦੇਖੋ ਜਿਹੜੀ ਤੁਸੀਂ ਕਹਿ ਰਹੇ ਹੋ ਨਾ ਤੇਜਿੰਦਰ, ਉਹ ਐਗਜ਼ਾਮਪਲ ਹੈ ਸਿਰਫ ਸਪੋਰਟਸ ਦੀ। ਉਹਨੂੰ ਆਪਾਂ ਅਕੈਡਮਿਕ ਸਬਜੈਕਟਸ ਦੇ ਨਾਲ ਵੀ ਰਿਲੇਟ ਕਰਨਾ, ਠੀਕ ਹੈ। ਇਸ ਕਰਕੇ ਐਗਜ਼ਾਮਪਲ ਆਪਾਂ ਇਹ ਲਿਖੀ ਹੈ ਵੀ ਰਿਪੋਰਟ ਪਬਲਿਸ਼ਡ, ਇੱਕ ਰਿਪੋਰਟ ਹੈ ਉਹ ਪਬਲਿਸ਼ ਕੀਤੀ ਗਈ ਜਿਹਦੇ ਵਿੱਚ ਇਹ ਦੱਸਿਆ ਗਿਆ ਵੀ ਐਕਸਰਸਾਈਜ਼ ਕਰਨ ਦੇ ਨਾਲ ਉਹਨਾਂ ਦੇ ਜਿਹੜੇ ਸਕੋਰਸ ਹੈ, ਨੰਬਰਸ ਹੈ ਅਕੈਡਮਿਕਲੀ, ਉਹ ਵੀ ਜਿਹੜੇ ਬੜੇ ਇੰਪਰੂਵ ਹੋ ਰਹੇ, ਠੀਕ ਹੈ। ਜਿਹੜੀ ਤੁਸੀਂ ਐਗਜ਼ਾਮਪਲ ਦੱਸਦੇ ਪਏ ਉਹ ਸਿਰਫ ਤੇ ਸਿਰਫ ਸਪੋਰਟਸ ਦੇ ਉੱਪਰ ਬੇਸਡ ਆ, ਸਪੋਰਟਸ ਤੇ ਐਕਸਰਸਾਈਜ਼ ਦੇ ਉੱਪਰ ਵੀ ਉਹ ਜ਼ਿਆਦਾ ਤੋਂ ਜ਼ਿਆਦਾ ਸਪੋਰਟਸ ਖੇਡ ਕੇ ਤੇ ਇੱਕ ਵਧੀਆ ਪਲੇਅਰ ਇਮਰਜ ਕਰਦੇ ਆ, ਠੀਕ ਹੈ। ਜੇ ਤੁਸੀਂ ਉਹ ਲਿਖਣੀ ਆ ਫਿਰ ਤੁਹਾਨੂੰ ਉੱਪਰ ਵਾਲੀ ਜਿਹੜੀ ਸਾਰਾ ਹੀ ਆ ਚੀਜ਼ਾਂ ਚੇਂਜ ਕਰਨੀਆਂ ਪੈਣੀਆਂ, ਉਹਦੇ ਵਿੱਚ ਤੁਸੀਂ ਬਿਲਕੁਲ ਸਟੱਡੀ ਦਾ ਫਿਰ ਬਿਲਕੁਲ ਨਹੀਂ ਇਨਕਲੂਡ ਕਰੋਗੇ। ਉਹ 'ਚ ਜਸਟ ਤੁਸੀਂ ਸਿੰਪਲੀ ਲਿਖੀ ਜਾਓਗੇ ਵੀ ਸਪੋਰਟਸ ਦੇ ਨਾਲ ਜਿਹੜੇ ਆਹ ਫਾਇਦੇ ਹੁੰਦੇ, ਉਹਨਾਂ ਦੀ ਹੈਲਥ ਵਧੀਆ ਰਹਿੰਦੀ ਆ, ਠੀਕ ਹੈ। ਉਹਨਾਂ ਦੀ ਹੈਲਥ ਵਧੀਆ ਰਹਿਣ ਦੇ ਨਾਲ ਉਹ ਆਪਣਾ ਇੰਟਰਸਟ ਡਿਵੈਲਪ ਕਰ ਲੈਂਦੇ ਆ, ਜ਼ਿਆਦਾ ਪਰਫਾਰਮੈਂਸ ਦਿੰਦੇ ਵਧੀਆ, ਤੇ ਇੱਕ ਨੈਸ਼ਨਲ ਜਾਂ ਇੰਟਰਨੈਸ਼ਨਲ ਪਲੇਅਰ ਬਣ ਕੇ ਵੀ ਇਮਰਜ ਕਰ ਸਕਦੇ। ਉੱਥੇ ਫਿਰ ਤੁਸੀਂ ਥੱਲੇ ਵਾਲੀ ਐਗਜ਼ਾਮਪਲ ਲਿਖ ਸਕਦੇ, ਉਹ 'ਚ ਸਟੱਡੀ ਬਾਰੇ ਤੁਸੀਂ ਬਿਲਕੁਲ ਨਹੀਂ ਦੱਸਣਾ ਹੈ। ਫਿਰ ਤੁਸੀਂ ਇਹਦੇ ਆਪੋਜ਼ਿਟ ਜਾ ਰਹੇ ਹੋ ਇਫੈਕਟ ਦੇ, ਜੋ ਤੁਸੀਂ ਇਫੈਕਟ ਲਿਖਿਆ ਵਾ ਉਹਦੇ ਆਪੋਜ਼ਿਟ ਤੁਸੀਂ ਦੱਸਦੇ ਪਏ ਹੋ ਵੀ ਸਪੋਰਟਸ ਜ਼ਿਆਦਾ ਵਧੀਆ ਆ, ਅਕੈਡਮਿਕ ਦਾ ਕੰਪੈਰੀਜ਼ਨ ਨਹੀਂ ਹੋ ਰਿਹਾ, ਉਹ 'ਚ ਟਾਸਕ ਰਿਸਪੌਂਸ ਤੋਂ ਤੁਹਾਡੇ ਮਾਈਂਡ ਘੱਟ ਸਕਦੇ ਆ। ਸਮਝ ਲੱਗਣ ਦੀ ਤੇਜਿੰਦਰ ਕਿ ਨਹੀਂ? ਹਾਂਜੀ ਸਰ, ਹਾਂਜੀ। ਹੁਣ ਇਹਦੀ ਪੈਰਾਗ੍ਰਾਫ ਫਸਟ ਦੀ ਐਗਜ਼ਾਮਪਲ, ਇਹ 'ਚ ਸਰਵੇ ਆ ਸਕਦਾ, ਯੈਸ ਸਰ। ਸਰਵੇ 'ਚ ਕੀ ਪਾਓਗੇ? ਉਹੀ ਨਾ ਸਰ ਸਰਵੇ, ਹਾਂਜੀ ਹਾਂਜੀ ਸਰਵੇ। ਸਰ ਐਡਮਿਸ਼ਨਸ ਤੇ ਹੋ ਸਕਦਾ ਸਰ? ਐਡਮਿਸ਼ਨਸ ਤੇ ਕੀ ਬੋਲੋ? ਮਤਲਬ ਕਿ ਸਰ ਜਿੱਦਾਂ ਕਿ ਸਰਵੇ ਕੀਤਾ ਗਿਆ ਕਿ ਕੋਈ ਜਿਹੜੇ ਸਕੂਲਸ ਦੇ ਵਿੱਚ ਸਪੋਰਟਸ ਦੇ ਜਿਹੜੇ ਹੁੰਦੇ ਨੇ, ਆਪਾਂ ਕਹਿ ਸਕਦੇ ਸਰ ਸਪੋਰਟਸ ਦਾ ਜਾਂ ਐਕਸਰਸਾਈਜ਼ ਦਾ ਕੋਈ ਨਹੀਂ ਟਾਈਮ ਦਿੱਤਾ ਗਿਆ ਜਿਹਨੂੰ ਪੀਰੀਅਡਸ। ਰੀਪਲੇਸ ਕੀਤਾ ਹਾਂਜੀ ਪੀਰੀਅਡਸ ਦੇ ਨਾਲ ਅਕੈਡਮਿਕ, ਉਹਨਾਂ ਵਿੱਚ ਸਰ ਜਿਹੜੀ ਐਡਮਿਸ਼ਨ ਆ ਉਹ ਘਟ ਗਈ ਹੈ ਸਰ, ਤੇ ਉਹਨਾਂ ਦੀ ਪਰਫਾਰਮੈਂਸ ਵੀ ਸਟੂਡੈਂਟਸ ਦੀ ਘਟੀ ਹੋਈ ਬਹੁਤ ਜ਼ਿਆਦਾ। ਆਪਾਂ ਇਹ ਦੇਵਾਂਗੇ ਸਿਰਫ ਪਰਫਾਰਮੈਂਸ ਦੇ ਉੱਪਰ, ਐਡਮਿਸ਼ਨ ਦੇ ਨਾ ਦੇਈਏ ਆਪਾਂ ਕਿਉਂਕਿ ਜੋ ਪੁਆਇੰਟ ਸਟੇਟ ਕਰਦੇ ਪਏ ਨਾ ਉੱਪਰ, ਠੀਕ ਹੈ। ਜੇ ਤੁਸੀਂ ਐਡਮਿਸ਼ਨ ਵਾਲਾ ਫਿਰ ਉਹ ਵੀ ਪੁਆਇੰਟ ਉੱਪਰ ਸਟੇਟ ਕਰਨਾ ਪਊਗਾ ਤੁਹਾਨੂੰ। ਆਪਾਂ ਉੱਪਰ ਪੁਆਇੰਟਸ ਓਕੇ ਸਰ। ਵੀ ਉਹਨਾਂ ਦੀ ਲਾਈਫ ਸਟਾਈਲ ਖਰਾਬ ਹੋ ਰਿਹਾ, ਤੇ ਇੱਥੇ ਵੀ ਆਪਾਂ ਉਹੀ ਲਿਖਾਂਗੇ। ਜੀ ਸਰ। ਠੀਕ ਹੈ, ਇੱਥੇ ਆ ਰਿਹਾ ਸਟੂਡੈਂਟਸ ਵੇ ਆਫ ਵਰਕਿੰਗ, ਯਾਨੀ ਕਿ ਉਹ ਕਿੱਦਾਂ ਰਹਿਣ ਦੇ, ਕਿੱਦਾਂ ਕੰਮ ਕਰਦੇ ਪਏ ਆ, ਕਿੱਦਾਂ ਪੜ੍ਹਦੇ ਪਏ ਆ। ਕ੍ਰੀਏਟਿੰਗ ਚਾਓਸ ਇਨ देयर ਲਾਈਫ, ਮਤਲਬ ਉਹਨਾਂ ਦੀ ਲਾਈਫ ਬਹੁਤ ਜ਼ਿਆਦਾ ਖਰਾਬ ਕਰਦਾ ਵੀ ਉਹਦੇ ਨਾਲ, ਡਿਊ ਟੂ ਨਾਨ ਅਵੇਲੇਬਿਲਿਟੀ ਆਫ ਆਵਰਸ ਫॉर ਐਕਸਰਸਾइज, ਕਿਉਂਕਿ ਉਹਨਾਂ ਨੂੰ ਟਾਈਮ ਨਹੀਂ ਮਿਲਦਾ ਪਿਆ ਐਕਸਰਸਾइज ਕਰਨ ਲਈ। ਯੈਸ ਸਰ। ਕਲੀਅਰ ਐਗਜ਼ਾਮਪਲ ਹੈ? ਜੀ। ਠੀਕ ਹੈ। ਹੁਣ ਇਹਦਾ ਆਪਾਂ ਐਸੇ ਪੂਰਾ ਦੇਖ ਲੈਂਦੇ ਹਾਂ ਵੀ ਕਰਨਾ ਕਿੱਦਾਂ ਹੈ।
पहला इंट्रो आऊगी ਜਿਹੜੇ ਟੈਂਪਲੇਟਸ ਕਿਹਾ ਹੈ ਮੈਂ ਉਸ ਟੈਂਪਲੇਟਸ ਦੇ ਅਕੋਰਡਿੰਗ ਆਪਾਂ ਕਰਕੇ ਦੇਖਦੇ ਹਾਂ। ਇੰਟਰੋਡਕਸ਼ਨ ਚ ਆ ਗਈ ਪਹਿਲੀ ਲਾਈਨ। ਹੁਣ ਇਹਦੇ ਵਿੱਚ ਦੇਖੋ ਆਈਡੀ ਮੇਰੀ ਲਾਈਨ ਹੈ ਇਸ ਦਾ ਮੈਟਰ ਆਫ ਕੇਅਰ ਕੰਸਰਨ ਇਨ ਮੈਨੀ ਨੇਸ਼ਨਸ। ਇਹ ਜਿਹੜੀ ਮੇਰੀ ਲਾਈਨ ਹੈ ਰਟੀ ਰਟਾਈ ਆ ਜਿਹੜਾ ਵੀ ਬ੍ਰੈਕਟ ਦਾ ਇਹ ਜਿਹੜਾ ਟੌਪਿਕ ਹੈ ਮੇਰਾ, ਠੀਕ ਹੈ। ਜਿਹੜਾ ਵੀ ਟੌਪਿਕ ਹੋਊਗਾ ਉਤੋਂ ਅੱਗੇ ਇਸ ਦਾ ਮੈਟਰ ਆਫ ਕੇਅਰ ਕੰਸਰਨ ਇਨ ਮੈਨੀ ਨੇਸ਼ਨਸ ਇਨ ਦਾ ਵਰਲਡ ਇਨ ਯੂਰਪੀਅਨ ਨੇਸ਼ਨਸ, ਜੋ ਵੀ ਸਟੇਟਮੈਂਟ ਦੇ ਅਕੋਰਡਿੰਗ ਹੋਊਗਾ ਉਹ ਆਪਾਂ ਲਾਸਟ ਤੇ ਐਡ ਆਨ ਕਰ ਸਕਦੇ। ਕਲੀਅਰ ਹੈ ਇੱਥੋਂ ਤੱਕ? ਹੁਣ ਅੱਗੇ ਵਾਲੀ ਲਾਈਨ ਜਿਹੜੀ ਲਿਖਣੀ ਹੈ ਉਹ ਡਿਪੈਂਡ ਕਰਦੀ ਹੈ ਵੀ ਆਪਾਂ ਕੀ ਲਿਖਦੇ ਪਏ, ਕਾਜ਼ ਐਂਡ ਸੋਲੂਸ਼ਨ ਲਿਖਦੇ ਪਏ, ਇਫੈਕਟ ਐਂਡ ਸੋਲੂਸ਼ਨ ਲਿਖਦੇ ਪਏ ਜਾਂ ਕੁਝ ਹੋਰ। ਇਹਦੇ ਵਿੱਚ ਸਾਡੇ ਕੋਲ ਹੁਣ ਇਫੈਕਟ ਐਂਡ ਸੋਲੂਸ਼ਨ ਆਪਾਂ ਉਹਦੇ ਅਕੋਰਡਿੰਗ ਲਾਈਨ ਲਿਖਾਂਗੇ। Now, already next line. In this essay, I intend to discuss the major effects of this on students. ਹੁਣ ਸਿਰਫ ਇੱਥੇ ਇੱਕ on students ਵਾਲੀ ਲਾਈਨ ਚੇਂਜ ਹੋਈ ਆ। ਇਹ ਆਪਾਂ ਦੇਖਣਾ ਵੀ ਇਹਦਾ ਇਫੈਕਟ ਕਿੱਥੇ ਪੈ ਰਿਹਾ। ਬਾਕੀ ਸਾਰੀ ਲਾਈਨ ਆਪਾਂ ਇਦਾਂ ਹੀ ਲਿਖ ਸਕਦੇ ਹਾਂ। This essay, I intend to discuss the major effect of this on students, followed by its viable solutions to curb it. ਇਹਦਾ ਮਤਲਬ ਆ ਵੀ ਮੈਂ ਇਸ ਐਸੇ ਦੇ ਵਿੱਚ ਇੰਟੈਂਡ ਟੂ ਡਿਸਕਸ ਯਾਨੀ ਕਿ ਇਸ ਐਸੇ ਦੇ ਵਿੱਚ ਡਿਸਕਸ ਕਰਨ, ਮੇਰੀ ਇਹ ਮਨਸ਼ਾ ਹੈ ਡਿਸਕਸ ਕਰਨ ਦੀ ਵੀ ਇਹਦੇ ਮੇਜਰ ਇਫੈਕਟਸ ਕੀ ਨੇ ਸਟੂਡੈਂਟਸ ਦੇ ਉੱਪਰ, ਤੇ ਇਸ ਤੋਂ ਬਾਅਦ ਮੇਰਾ ਇੱਕ ਮੁਨਾਸਬ ਜਿਹੜਾ ਵਾ ਸੋਲੂਸ਼ਨ ਦੱਸੂਗਾ ਇਹਨੂੰ ਰੋਕਣ ਦੇ ਲਈ। ਕਰਬ ਰੋਕਣ ਮਤਲਬ ਹੋਲਡ ਕਰਨ ਦੇ ਲਈ, ਵਾਇਬਲ ਮਤਲਬ ਮੁਨਾਸਬ ਵਧੀਆ ਸੋਲੂਸ਼ਨ ਜਿਹੜਾ ਦਊਂਗਾ। ਕਲੀਅਰ ਹੈ ਇੱਥੋਂ ਤੱਕ? ਹੁਣ ਉਸ ਤੋਂ ਬਾਅਦ ਬੋਡੀ ਪੈਰਾਗ੍ਰਾਫ 1 ਆ ਰਿਹਾ। ਹੁਣ ਇਹਦੇ ਵਿੱਚ ਆਪਾਂ ਦੱਸਣਾ ਸਭ ਤੋਂ ਪਹਿਲਾਂ ਇਫੈਕਟਸ ਇਹਦੇ, ਠੀਕ ਹੈ। ਉਸ ਤੋਂ ਬਾਅਦ ਬੋਡੀ ਪੈਰਾਗ੍ਰਾਫ 2 ਦੇ ਵਿੱਚ ਦੱਸਣਾ ਸੋਲੂਸ਼ਨ।
ਹੁਣ ਆਹ ਲਾਈਨ ਹੈ ਜਿਹੜੀ ਵੀ ਇਹਦੀ ਸਿੰਪਲ ਆਪਾਂ ਲਿਖ ਸਕਦੇ ਹਾਂ, ਦਿਸ ਇਸ਼ੂ ਹੈਜ਼ ਮੇਜਰ ਇੰਪੈਕਟ ਔਨ ਸਟੂਡੈਂਟਸ ਲਾਈਫ ਆਊਟ ਆਫ ਵਿਚ ਡੈਸ਼ ਇਜ਼ ਦਾ, ਯਾਨੀ ਕਿ ਇੱਥੇ ਆਪਣਾ ਆਪਾਂ ਮੇਨ ਪੁਆਇੰਟ ਲਿਖਣਾ ਕਿਹੜਾ, ਮੇਨ ਪੁਆਇੰਟ ਕਿਹੜਾ, ਮੇ ਇਫੈਕਟ देयर होल लाइफस्टाइल, out of which affection on their whole lifestyle is the most negative one। ਇਹ ਇਸ ਤਰੀਕੇ ਨਾਲ ਆਪਾਂ ਨੂੰ ਕਨਵਰਟ ਕਰਨਾ, ਇਹ ਨਹੀਂ ਵੀ ਜੋ ਆਪਾਂ ਇੱਥੇ ਲਿਖਦੇ ਪਏ ਮੇ ਇਫੈਕਟ ਦੇयर ਲਾਈਫ ਸਟਾਈਲ ਉਹਨੂੰ ਐਗਜ਼ੈਕਟ ਇਦਾਂ ਲਿਖ ਦੇਣਾ, ਕਿਉਂਕਿ ਅਕੋਰਡਿੰਗ ਟੂ ਗ੍ਰਾਮਰ ਆਪਾਂ ਆਪਣੇ ਜਿਹੜੀ ਫਾਰਮਸ ਆ ਉਹਦੀਆਂ, ਚਾਹੇ ਉਹ ਵਰਬ ਹੋਵੇ ਚਾਹੇ ਉਹ ਐਡਜੈਕਟਿਵ ਹੋਣ ਜਾਂ ਕੁਝ ਹੋਰ ਹੋਵੇ, ਉਹਦੀਆਂ ਫਾਰਮਸ ਆਪਾਂ ਚੇਂਜ ਕਰ ਦੇਣੀਆਂ ਅਕੋਰਡਿੰਗ ਟੂ ਗ੍ਰਾਮਰ। ਜੇ ਆਪਾਂ ਫਾਰਮ ਚੇਂਜ ਨਹੀਂ ਕਰਦੇ ਪਏ, ਉਦਾਂ ਦਾ ਉਦਾਂ ਹੀ ਲਗਾ ਦਿੰਦੇ ਆ, ਤੇ ਉਹ ਆਪਣੀ ਗ੍ਰਾਮਰ ਗਲਤ ਕਰਕੇ ਸਾਡੇ ਬੈਂਡ ਵੀ ਘਟਾ ਸਕਦੇ ਆ। ਠੀਕ ਹੈ, ਹੁਣ ਇਸ ਤੋਂ ਬਾਅਦ ਆਪਾਂ ਅੱਗੇ ਸਿੰਪਲੀ ਮੋਰ ਓਵਰ ਲਗਾ ਕੇ ਉਹਦੀ ਐਕਸਪਲੇਨੇਸ਼ਨ ਦੇ ਸਕਦੇ ਹਾਂ, ਸਾਰੀ ਦੀ ਸਾਰੀ ਐਕਸਪਲੇਨੇਸ਼ਨ। ਉਸ ਤੋਂ ਬਾਅਦ ਫੁੱਲ ਸਟਾਪ ਲਗਾ ਕੇ ਅਕੋਰਡਿੰਗ ਟੂ ਸਰਵੇ ਕੰਡਕਟਡ ਬਾय, ਹੁਣ ਜਿਹੜੀ ਵੀ ਐਗਜ਼ਾਮਪਲ ਦੇਣੀ ਹੈ ਉਹ ਦੱਸ ਸਕਦੇ ਨੇ। ਬੋਡੀ ਪੈਰਾਗ੍ਰਾਫ 2 ਜਦੋਂ ਆਉਂਦਾ, ਬੋਡੀ ਪੈਰਾਗ੍ਰਾਫ 2 ਦੇ ਵਿੱਚ ਆਪਾਂ ਦੱਸਣੇ ਸੋਲੂਸ਼ਨ ਸਾਡੇ। ਸੋਲੂਸ਼ਨ ਦੇ ਵਿੱਚ ਆਪਾਂ ਲਾਈਨ ਸਟਾਰਟ ਕਰ ਸਕਦੇ ਹਾਂ। ਜਦੋਂ ਇਹ ਸੋਲੂਸ਼ਨ ਆਪਾਂ ਦੇਣੇ ਹੁੰਦੇ ਆ ਮੇਨਲੀ, ਮਤਲਬ ਆਪਾਂ ਜ਼ਿਆਦਾਤਰ ਸੋਲੂਸ਼ਨ ਸਾਰੇ ਇਸ ਤਰੀਕੇ ਦੇ ਹੁੰਦੇ ਆ ਵੀ ਗਵਰਨਮੈਂਟ ਜਿਹੜੀ ਆ ਇੰਟਰਫੇਅਰ ਕਰੇ ਇਹਦੇ ਵਿੱਚ, ਗਵਰਨਮੈਂਟ ਪਾਲਿਸੀਜ਼ ਬਣਾਵੇ। ਠੀਕ ਹੈ, ਉਹੀ ਚੀਜ਼ ਆਪਾਂ ਇੱਥੇ ਕਰ ਸਕਦੇ ਹਾਂ। ਹੁਣ ਇੱਥੇ ਤੱਕ ਸੇਮ ਉਸ ਤਰੀਕੇ ਨਾਲ ਹੁੰਦਾ, ਦਿਸ ਇਸ਼ੂ ਕੈਨ ਬੀ ਰਿਜ਼ੋਲਵ ਵਿਦ ਗਵਰਨਮੈਂਟਸ ਇੰਟਰਵੈਂਸ਼ਨ, ਯਾਨੀ ਕਿ ਗਵਰਨਮੈਂਟ ਦੀ ਜਿਹੜੀ ਆ ਇੰਟਰਫੇਰੈਂਸ ਦੇ ਨਾਲ ਜਿਹੜਾ ਵਾ ਵੀ ਇਹ ਸੋਲੂਸ਼ਨ ਜਿਹੜਾ ਸੋਲਵ ਹੋ ਸਕਦਾ। ਉਸ ਤੋਂ ਬਾਅਦ ਅਥਾਰਟੀਜ਼ ਸ਼ੁੱਡ ਫਰੇਮ ਸਟ੍ਰਿੰਜੈਂਟ ਪਾਲਿਸੀਜ਼ ਰਿਗਾਰਡਿੰਗ, ਜੋ ਵੀ ਹੁਣ ਆਪਾਂ ਅੱਗੇ ਲਿਖਣਾ ਵਾ ਵੀ ਕਿਹੜੀ ਕਿਹਦੇ ਰਿਗਾਰਡਿੰਗ ਪਾਲਿਸੀਜ਼ ਬਣਾਉਣੀ ਚਾਹੀਦੀਆਂ, ਉਹ ਆਪਣਾ ਟੌਪਿਕ ਜਿਹੜਾ ਵੀ ਘੱਟ ਟਾਈਮ ਉਹਨਾਂ ਨੂੰ ਦੇਣਾ ਚਾਹੀਦਾ ਜਾਂ ਨਹੀਂ ਦੇਣਾ ਚਾਹੀਦਾ, ਇਸ ਤਰੀਕੇ ਦੇ ਨਾਲ। ਉਸ ਤੋਂ ਬਾਅਦ ਫਿਰ ਇਸ ਤੋਂ ਬਾਅਦ ਸਾਰਾ ਕੁਝ ਆਪਾਂ ਐਕਸਪਲੇਨ ਕਰਨਾ ਇੱਥੇ ਵੀ ਕਿਸ ਤਰੀਕੇ ਨਾਲ ਪੁਆਇੰਟ ਸਹੀ ਹੈ ਇਹਦਾ। ਫੁੱਲ ਸਟਾਪ ਲਗਾ ਕੇ ਹੁਣ ਇੱਕ ਵਾਰੀ ਤੁਸੀਂ ਉੱਪਰ ਆਪਾਂ ਲਿਖ ਚੁੱਕੇ ਹੋ ਅਕੋਰਡਿੰਗ ਟੂ ਸਰਵੇ ਕੰਡਕਟਡ ਬਾय। ਠੀਕ ਆ, ਸੈਕਿੰਡ ਵਾਰੀ ਆਪਾਂ ਲਿਖਣਾ ਵਾ ਦ ਰਿਪੋਰਟ ਪਬਲਿਸ਼ਡ ਬਾय। ਅੱਗੇ ਐਗਜ਼ਾਮਪਲ ਹੁਣ ਜਿਹੜੇ ਐਗਜ਼ਾਮਪਲ ਨੂੰ ਕਰਨ ਦੇ ਮੈਥਡ ਹੈ, ਸਿਰਫ ਦੋ ਹੀ ਮੈਥਡ ਰੱਖਿਓ ਐਗਜ਼ਾਮਪਲ ਨੂੰ ਕਰਨ ਦੇ। ਇੱਕ ਹੈ ਅਕੋਰਡਿੰਗ ਟੂ ਸਰਵੇ ਕੰਡਕਟਡ ਬਾय, ਦੂਜਾ ਟੂ ਐਵੀਡੈਂਟ ਮਾਈ ਪੁਆਇੰਟ ਆਫ ਵਿਊ ਰਿਪੋਰਟ ਪਬਲਿਸ਼ਡ ਬਾय। ਇਹ ਦੋ ਹੀ ਰੱਖੋ। ਜੇ ਸਿੰਪਲੀ ਤੁਸੀਂ ਫੋਰ ਐਗਜ਼ਾਮਪਲ ਵਗੈਰਾ ਲਿਖਦੇ ਪਏ, ਫੋਰ ਇੰਸਟੈਂਸ ਲਿਖਦੇ ਪਏ, ਉਹ ਬਹੁਤ ਸਿੰਪਲ ਆ, ਉਹ ਤੁਸੀਂ ਰਨਿੰਗ ਦੇ ਵਿੱਚ ਉੱਪਰ ਐਕਸਪਲੇਨੇਸ਼ਨ 'ਚ ਵੀ ਯੂਜ਼ ਕਰ ਸਕਦੇ ਹੋ ਸੱਚ ਐਸ ਦੀ ਥਾਂ ਤੇ, ਫੋਰ ਐਗਜ਼ਾਮਪਲ, ਫੋਰ ਇੰਸਟੈਂਸ। ਬਟ ਜਿਹੜੀਆਂ ਮੇਨ ਐਗਜ਼ਾਮਪਲਾਂ ਦੇਣੀਆਂ, ਪ੍ਰੂਫ ਦੇਣੇ ਹੁੰਦੇ, ਉਹਨਾਂ ਦੋਵਾਂ ਵਾਸਤੇ ਇਹੋ ਚੀਜ਼ਾਂ ਰੱਖਿਓ। ਹੁਣ ਲਾਸਟ ਪੈਰਾਗ੍ਰਾਫ ਕਨਕਲੂਜਨ ਦਾ, ਕਨਕਲੂਜਨ ਉਸੇ ਤਰੀਕੇ ਦੇ ਨਾਲ ਕਰਨਾ ਜਿੱਦਾਂ ਕਰ ਲਿਆ। ਠੀਕ ਹੈ, ਟੂ from the arguments outlined above one can conclude that, ਇਹ ਚੀਜ਼ ਲਿਖ ਕੇ ਉਹਨੂੰ ਕਰ ਸਕਦੇ। ਐਸੇ ਸਮਝ ਲੱਗ ਗਈ ਸਾਰਿਆਂ ਨੂੰ? ਜੀ ਸਰ। ਯੈਸ ਸਰ। ਇਹਦੇ ਨੇ ਕੁਝ ਪੁੱਛਣਾ ਹੋਵੇ? ਸਰ ਇਹਦੀ ਰਿਕਾਰਡਿੰਗ ਪਾ ਦਿਓ ਮੈਂ ਗਰੁੱਪ ਵਿੱਚ, ਬਾਅਦ ਕਿ ਸਮਝ ਫਿਰ ਥੋੜਾ ਯਾਦ ਕਰਨ ਵਾਸਤੇ ਮਤਲਬ
ਥੋੜਾ ਸਮਝਣ ਵਾਸਤੇ ਫਿਰ ਖੋਲ ਕੇ ਵੇਖੀ ਜਾ ਸਕਦੀ ਆ। ਰਿਕਾਰਡਿੰਗ ਸ਼ਾਇਦ ਹੋਈ ਨਹੀਂ ਹੈ ਜੀ।